ਇਸ ਲਈ ਇਸ ਇਕੁਏਸ਼ਨ 3 ਨੂੰ ਦੇਖਦੇ ਹੋਏ ਇੱਕ ਊਰਜਾ ਮੌਜੂਦ ਹੈ ਜੇਕਰ ਇਹ ਠੀਕ ਹੈ ਤਾਂ ਆਓ ਅਸੀਂ ਟਰੈਂਡ ਨੂੰ ਵੇਖੀਏ ਕਿ ਟਰੈਂਡ ਇੱਕ ਪਹਿਲੇ ਇੱਕ ਨਾਲੋਂ ਬਹੁਤ ਵੱਡਾ ਹੈ, ਜਿਸ ਦਾ ਮਤਲਬ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਲਿਮਿਟ ਵਿੱਚ ਹਾਈਪਰਬੋਲਿਕ ਲਈ ਕੀ ਸਟੈਂਡ ਕਰਨਾ ਹੈ ਲਗਭਗ 1 ਹੋ ਸਕਦਾ ਹੈ। ਇਸ ਲਈ ਉੱਥੋਂ ਤੁਸੀਂ ਅਜਿਹੇ ਐਲੀਮੈਂਟ ਵਿੱਚ ਇਹ ਨਿਰਧਾਰਿਤ ਕਰ ਸਕਦੇ ਹੋ ਕਿ ਊਰਜਾ ਨੂੰ -mg² ਨੂੰ ਇਸੇ ਦੁਆਰਾ ਵੰਡਿਆ ਜਾਣਾ ਚਾਹੀਦਾ ਹੈ। ਇਸ ਨੂੰ ਉਸ ਕਪਲਿੰਗ ਨਾਲ ਕਨਫਿਊਜ਼ ਨਾ ਕਰੋ ਜੋ ਤੁਹਾਡੇ x ਦੇਵੀ ਦੇ ਸਾਹਮਣੇ ਸੀ। ag² ਅਸਲ ਵਿੱਚ ਤੁਹਾਨੂੰ ਦੱਸਦਾ ਹੈ ਕਿ ਊਰਜਾ g² ਦੇ ਅਨੁਪਾਤੀ ਹੈ। ਕਈ ਵਾਰ ਤੁਸੀਂ ਜਾਣਦੇ ਹੋ ਕਿ ਕੀ g ਪੋਜ਼ਿਟਿਵ ਹੈ ਜਾਂ ਨੈਗੇਟਿਵ। ਐਕਸਪ੍ਰੈਸ਼ਨ ਇੱਕੋ ਹੈ, ਪਰ ਜੇ ਤੁਸੀਂ ਆਪਣੇ ਪੋਟੈਂਸ਼ੀਅਲ ਵਿੱਚ -g ਦੀ ਬਜਾਏ +g ਲੈਂਦੇ ਹੋ ਤਾਂ ਕਨਸੈਪਟ ਖਤਮ ਹੋ ਜਾਂਦਾ ਹੈ ਕਿਉਂਕਿ ਗਲੋਬਲ ਪੋਟੈਂਸ਼ੀਅਲ ਗਲੋਬਲ ਮਿਨੀਮਮ ਪੋਟੈਂਸ਼ੀਅਲ ਊਰਜਾ ਪੋਜ਼ਿਟਿਵ 0 ਹੋਵੇਗੀ। ਇਸ ਲਈ ਗਰਾਊਂਡ ਸਟੇਟ ਨਾਲ ਜੁੜੀ ਸਟੇਟ ਨਹੀਂ ਹੋ ਸਕਦੀ। ਜੇਕਰ ਮੈਂ ਲੈਂਦਾ ਹਾਂ, ਜੇ ਮੈਂ ਇਹ ਲੈਂਦਾ ਹਾਂ ਅਤੇ ਇਸ ਨੂੰ ਫਲਿਪ ਕਰਕੇ ਠੀਕ ਕਰਦਾ ਹਾਂ, ਮੈਂ ਇਸ ਨੂੰ ਅਟਰੈਕਟਿਵ ਬਣਾਉਣ ਦੀ ਬਜਾਏ ਇਸ ਨੂੰ ਰਿਪਲਸਿਵ ਬਣਾਉਂਦਾ ਹਾਂ ਭਾਵੇਂ ਕਿ ਗਣਨਾਵਾਂ ਮਕੈਨਿਕਲੀ ਤੌਰ ਤੇ ਜਾ ਸਕਦੀਆਂ ਹਨ। ਥਿਓਰਮ ਤੁਹਾਨੂੰ ਦੱਸਦੀ ਹੈ ਕਿ ਇਹ ਦੋ ਥਿਓਰਮ ਤੁਹਾਨੂੰ ਇਹ ਕਹਿਣ ਤੋਂ ਰੋਕਣਗੇ ਕਿ ਤੁਹਾਡੇ ਕੋਲੇ ਬਾਉਂਡ ਸਟੇਟ ਸਮੱਸਿਆ ਨਹੀਂ ਹੋ ਸਕਦੀ। ਬਾਉਂਡ ਸਟੇਟ ਨੂੰ ਇਸ ਦੇ ਨਾਲ ਇਸ ਨੂੰ ਵੀ ਸੰਤੁਸ਼ਟ ਕਰਨਾ ਹੋਵੇਗਾ ਅਤੇ ਇਹ ਸੰਭਵ ਨਹੀਂ ਹੋਵੇਗਾ ਜੇਕਰ ਆਈਏ ਪਲਸ ਸਾਈਨ ਲਗਾਉਂਦਾ ਹੈ। ਇਸ ਲਈ ਘੱਟੋ ਘੱਟ ਅਲਫਾ ਟਾਈਮਸ ਇਹ ਲਈ ਇਹ ਉਹ ਪੁਆਇੰਟ ਹੈ ਜਿੱਥੇ ਤੁਹਾਡੇ ਕੋਲ ਇਹ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਡਾਇਰੈਕਟ ਡੈਲਟਾ ਫੰਕਸ਼ਨ ਹੈ। ਜੇਕਰ ਅਲਫਾ 1 ਨਾਲੋਂ ਬਹੁਤ ਵੱਡਾ ਹੈ ਤਾਂ ਤੁਹਾਡੇ ਕੋਲ ਇੱਕ ਊਰਜਾ ਸੋਲਿਊਸ਼ਨ ਹੈ ਅਤੇ ਤੁਸੀਂ ਉਹ ਊਰਜਾ ਵੈਲਿਊ ਅਤੇ ਅਲਫਾ ਵੈਲਿਊ ਵੀ ਪ੍ਰਾਪਤ ਕਰ ਸਕਦੇ ਹੋ। ਪਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਕਿ ਇਸ ਬਾਰੇ ਕੀ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਬਾਉਂਡ ਸਟੇਟ ਊਰਜਾ ਇਹ ਬਹੁਤ ਜ਼ਿਆਦਾ ਹੈ ਅਤੇ ਬਾਉਂਡ ਸਟੇਟ ਊਰਜਾ -ma²2h² ਹੈ। ਅਲਫਾ ਇਹ 1 ਨਾਲੋਂ ਬਹੁਤ ਘੱਟ ਹੈ। ਇਸ ਕੰਡੀਸ਼ਨ ਬਾਰੇ ਕੀ ਹੈ? ਇਕੁਏਸ਼ਨ 3 ਨੂੰ ਦੁਬਾਰਾ ਦੇਖੋ ਤਾਂ ਕਿ ਤੁਸੀਂ ਇੱਕ ਹਾਈਪਰਬੋਲਿਕ ਅਲਫਾ ਏ ਨੂੰ ਅਲਫਾ ਏ ਦੇ ਰੂਪ ਵਿੱਚ ਸਬਸਟੀਟਿਊਟ ਕਰ ਸਕੋ ਅਤੇ ਫਿਰ ਉਪਰੋਕਤ ਇਕੁਏਸ਼ਨ ਨੂੰ ਸਰਲ ਬਣਾ ਸਕੋ ਜਦੋਂ ਤੁਸੀਂ ਦਿਖਾ ਸਕਦੇ ਹੋ ਕਿ ਊਰਜਾ -2 ਗੁਣਾ mg² ਹੋਵੇਗੀ ਤਾਂ ਅਸਲ ਵਿੱਚ ਇਹ 4 ਟਾਈਮਸ ਗਲਤੀ ਕਰਕੇ ਦੁੱਗਣਾ ਹੋ ਰਿਹਾ ਹੈ। ਇਸ ਲਈ ਇਹ ਅਲਫਾ ਏ ਹੋਵੇਗਾ ਤਾਂ ਤੁਹਾਡੇ ਕੋਲ ਇੱਕ ਅਲਫਾ ਏ² ਹੋਵੇਗਾ। ਇਸ ਨੂੰ ਚੈੱਕ ਕਰੋ। ਜੇਕਰ ਇਹ 4 ਹੈ ਤਾਂ ਮੈਂ ਉਹਨਾਂ ਦੀ ਜਾਂਚ ਕਰਾਂਗਾ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਬੋਰਡ ਤੇ ਕਰਾਂ। ਚਲੋ ਇਸ ਨੂੰ ਇੱਥੇ ਅਜ਼ਮਾਓ ਤਾਂ ਮੇਰੇ ਕੋਲ 2mgh² ਅਲਫਾ ਲਗਭਗ 1 + ਅਲਫਾ ਏ ਹੋਣ ਲਈ ਮੈਂ ਇਸ ਨੂੰ ਦੂਜੇ ਪਾਸੇ ਲੈ ਗਿਆ ਹਾਂ ਅਤੇ ਇੱਥੇ ਅਲਫਾ ਨੂੰ h² ਨਾਲ 2 ਗੁਣਾ mg ਪ੍ਰਾਪਤ ਹੋਵੇਗੀ -h² ਅਲਫਾ² 2m ਜੋ ਕਿ -2mg² ਹੈ। h² ਨਾਲ ਗਲਤੀ ਹੋਵੇਗੀ। ਕੋਈ ਕਹਿ ਰਿਹਾ ਸੀ ਕਿ ਇੱਥੇ ਸਪੋਰਟ ਠੀਕ ਹੈ ਤਾਂ ਜੋ ਅਲਫਾ ਦੇ ਵਿਚਕਾਰ 4 ਦਾ ਇੱਕ ਫੈਕਟਰ ਅਲਫਾ ਏ ਨਾਲੋਂ ਬਹੁਤ ਵੱਡਾ ਹੈ। ਇਸ ਲਈ ਅਸੀਂ ਇੱਕ ਇਕੁਇਵੈਲੈਂਟ ਸੋਲਿਊਸ਼ਨ ਵੀ ਕਰ ਸਕਦੇ ਹਾਂ ਜਿਵੇਂ ਕਿ ਮੈਂ ਕਿਹਾ ਹੈ ਕਿਉਂਕਿ ਇਹ ਈਵਨ ਫੰਕਸ਼ਨ ਦੀ ਬਜਾਏ ਇੱਕ ਸਿਮੈਟ੍ਰਿਕ ਪੋਟੈਂਸ਼ੀਅਲ ਹੈ ਅਸੀਂ ਆਡ ਫੰਕਸ਼ਨਾਂ ਨਾਲ ਵੀ ਕੰਮ ਕਰ ਸਕਦੇ ਹਾਂ। ਇਸ ਲਈ ਆਡ ਫੰਕਸ਼ਨਾਂ ਦੇ ਸੰਦਰਭ ਵਿੱਚ ਸਾਈਨ ਹਾਈਪਰਬੋਲਿਕ ਇੱਕ ਆਡ ਫੰਕਸ਼ਨ ਹੈ ਅਤੇ ਤੁਹਾਡੇ ਕੋਲ 2 ਰੀਜਨਸ ਲਈ ਅਲਫਾ x ਦੀ ਪਾਵਰ ਲਈ be ਅਤੇ -be ਦੀ ਪਾਵਰ ਵੀ ਹੋਵੇਗੀ ਕਿ ਇਹ ਰੀਜਨ A ਤੋਂ ਪਹਿਲਾਂ ਅਤੇ A ਤੋਂ ਬਾਅਦ ਸਭ ਆਡ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਈਵਨ ਫੰਕਸ਼ਨ ਲਈ ਕੀਤਾ ਸੀ। ਕਿਰਪਾ ਕਰਕੇ ਇਸ ਨੂੰ ਦੁਬਾਰਾ ਕਰੋ। ਵੇਵ ਫੰਕਸ਼ਨ ਕੰਟੀਨਿਊਟੀ ਦਾ ਡੈਰੀਵੇਟਿਵ ਅਤੇ ਕੀ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਉਸ tan ਫੰਕਸ਼ਨ ਦੀ ਬਜਾਏ ਪ੍ਰਾਪਤ ਕਰੋਗੇ। ਤੁਹਾਡੇ ਕੋਲ ਇੱਕ ਆਡ ਫੰਕਸ਼ਨ ਹੋਵੇਗਾ। ਦੁਬਾਰਾ ਫਿਰ ਤੁਸੀਂ ਅਲਫਾ ਏ ਨੂੰ 1 ਤੋਂ ਬਹੁਤ ਘੱਟ ਕਰ ਸਕਦੇ ਹੋ। ਅਫਸੋਸ 1 ਨਾਲੋਂ ਬਹੁਤ ਵੱਡਾ ਹੈ।
ਉਸ ਕੇਸ ਵਿੱਚ ਕੋਟ ਹਾਈਪਰਬੋਲਿਕ ਇੱਕ ਵਾਰ ਫਿਰ ਇੱਕ ਵੱਡਾ ਅਲਫਾ ਹੈ। ਇੱਥੇ ਕੋਈ ਅੰਤਰ ਨਹੀਂ ਹੈ ਪ੍ਰਮੁੱਖ ਟਰਮਜ਼ e ਤੋਂ ਪਾਵਰ ਅਲਫਾ a ਹੈ। ਇਸ ਲਈ ਤੁਹਾਡੇ ਕੋਲ ਉਹੀ ਹੋਵੇਗਾ ਜੋ ਤੁਸੀਂ ਬਹੁਤ ਵੱਧ ਈਵਨ ਫੰਕਸ਼ਨ ਪ੍ਰਾਪਤ ਕੀਤਾ ਹੈ ਜੇਕਰ ਤੁਸੀਂ ਇੱਕ k ਨੂੰ ਫਿਕਸ ਕਰਦੇ ਹੋ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਬਹੁਤ ਵੱਡਾ ਹੋਵੇ। ਇਸ ਦਾ ਮਤਲਬ ਹੈ ਕਿ ਜਦੋਂ -e ਊਰਜਾ ਦਾ ਬਹੁਤ ਵੱਡਾ ਮੈਗਨੀਟਿਊਡ ਹੋਵੇਗਾ। ਫਿਰ ਈਵਨ ਫੰਕਸ਼ਨ ਜਾਂ ਆਡ ਫੰਕਸ਼ਨ ਦੋਵੇਂ ਵੱਖ ਨਹੀਂ ਕਰਦੇ, ਉਹ ਲਗਭਗ ਇੱਕੋ ਇਵੈਂਟ ਦਿੰਦੇ ਹਨ। ਇਹ ਉਹ ਹੈ ਜੋ ਅਲਫਾ a ਲਈ ਟਰੈਂਡ 1 ਤੋਂ ਬਹੁਤ ਘੱਟ ਹੈ। ਉਪਰੋਕਤ ਇਕੁਏਸ਼ਨ ਲਵੋ ਕੋਟ ਹਾਈਪਰਬੋਲਿਕ ਫੰਕਸ਼ਨ ਦਾ ਸੋਲਿਊਸ਼ਨ ਪਤਾ ਕਰੋ। ਇਸ ਲਈ ਤੁਸੀਂ ਇਸ ਤਰ੍ਹਾਂ ਦੀ ਕਿਸੇ ਕੰਡੀਸ਼ਨ ਨੂੰ ਸੰਤੁਸ਼ਟ ਕਰਨ ਲਈ ਅਲਫਾ ਪ੍ਰਾਪਤ ਕਰਦੇ ਹੋ ਅਤੇ ਮੈਂ ਪਹਿਲਾਂ ਹੀ ਕਿਹਾ ਹੈ ਕਿ ਅਲਫਾ ਪੋਜ਼ਿਟਿਵ ਹੈ, ਜਿਸ ਦਾ ਮਤਲਬ ਹੈ ਕਿ ਇੱਕ ਸੋਲਿਊਸ਼ਨ n ਹੋਵੇਗਾ ਜੇਕਰ ਅਤੇ ਕੇਵਲ ਤਾਂ ਹੀ ਜੇਕਰ ਤੁਹਾਡੀ ਵੈਲਿਊ a ਇਸ ਕੰਡੀਸ਼ਨ ਨੂੰ ਪੂਰਾ ਕਰਦੀ ਹੈ। ਇਸ ਲਈ ਇੱਕ ਨਿਸ਼ਚਿਤ a ਲਈ ਘੱਟ ਅਲਫਾ ਲਈ ਜੇਕਰ ਇਹ ਕੰਡੀਸ਼ਨ ਸੰਤੁਸ਼ਟ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਡ ਸੋਲਿਊਸ਼ਨ ਨਾ ਮਿਲੇ, ਪਰ ਤੁਸੀਂ ਨਿਸ਼ਚਿਤ ਤੌਰ ਤੇ ਸੋਲਿਊਸ਼ਨ ਵੀ ਪ੍ਰਾਪਤ ਕਰੋਗੇ। ਵੀ ਸੋਲਿਊਸ਼ਨ ਊਰਜਾ -2 mg/h c। ਇਸ ਤਰ੍ਹਾਂ ਇਹ ਦਰਸਾਉਂਦਾ ਹੈ ਕਿ ਘੱਟ ਊਰਜਾਵਾਂ ਵਾਲੇ ਈਵਨ ਸੋਲਿਊਸ਼ਨ ਤੇ ਗਰਾਊਂਡ ਸਟੇਟ ਦਾ ਸੋਲਿਊਸ਼ਨ ਈਵਨ ਹੋਵੇਗਾ ਅਤੇ ਮੌਜੂਦ ਹੋਵੇਗਾ ਅਤੇ ਘੱਟ ਊਰਜਾਵਾਂ ਤੇ ਆਡ ਸੋਲਿਊਸ਼ਨ ਮੌਜੂਦ ਨਹੀਂ ਹੋ ਸਕਦਾ ਹੈ। ਜੇਕਰ ਇਹ ਇਸ ਨੂੰ ਸੰਤੁਸ਼ਟ ਨਹੀਂ ਕਰਦਾ ਹੈ ਤਾਂ ਇਹ ਸਭ ਮੈਥ ਤੋਂ ਹੈ। ਅਸੀਂ ਇੱਕ ਕੰਟੀਨਿਊਟੀ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ, ਅਸੀਂ ਡੈਰੀਵੇਟਿਵ ਫੰਕਸ਼ਨ ਵਿੱਚ ਇੱਕ ਡਿਸਕੰਟੀਨਿਊਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਡਿਸਕੰਟੀਨਿਊਟੀ ਫੈਕਟਰ ਕੀ ਹੈ। ਅਸੀਂ ਸਬਸਟੀਟਿਊਟਡ ਦਿੱਤਾ ਹੈ ਅਤੇ ਇੱਕ ਇਕੁਏਸ਼ਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਕੋਟ ਹਾਈਪਰਬੋਲਿਕ ਫੰਕਸ਼ਨ ਹੈ, ਪਰ ਫਿਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਟਰੈਂਡ ਅਲਫਾ a ਲਈ 1 ਤੋਂ ਬਹੁਤ ਘੱਟ ਹੈ ਅਤੇ ਟਰੈਂਡ ਹੋ ਗਿਆ ਲੱਗਦਾ ਹੈ। ਜੇਕਰ ਇਹ ਵੈਲਿਊ ਇਸ ਕ੍ਰਾਈਟੇਰੀਅਨ ਨੂੰ ਪੂਰਾ ਕਰਦਾ ਹੈ ਤਾਂ ਤੁਸੀਂ ਅਲਫਾ a ਲਈ 1 ਤੋਂ ਘੱਟ ਸੋਲਿਊਸ਼ਨ ਲੱਭੋਗੇ। ਇਸ ਲਈ ਕਿ ਨਿਰੀਖਣ mg/h²। ਮੰਨ ਲਓ ਕਿ 1/a ਤੋਂ ਘੱਟ ਈਵਨ ਸੋਲਿਊਸ਼ਨ ਤਾਂ ਵੀ ਮੌਜੂਦ ਹੋਣਗੇ ਪਰ ਆਡ ਸੋਲਿਊਸ਼ਨ ਨਹੀਂ ਹੋਣਗੇ। ਇਸ ਲਈ ਇਹ ਵੱਧ ਅਫਸੋਸ ਦੀ ਗੱਲ ਹੈ ਕਿ ਦੂਜੀ ਲਾਈਨ a ਤੋਂ ਵੱਡੀ ਹੋਣੀ ਚਾਹੀਦੀ ਹੈ ਜੋ ਕਿ ਕੰਡੀਸ਼ਨ ਹੈ, ਤਾਂ ਦੂਜਾ ਆਡ ਈਵਨ ਫੰਕਸ਼ਨ ਬਾਉਂਡ ਦੇਣਗੇ ਅਤੇ ਜਦੋਂ ਮੈਂ ਇਹ ਲਗਾ ਕੇ ਠੀਕ ਵੀ ਕੀਤਾ, ਇਸ ਲਈ ਇਹ ਦੂਜਾ ਆਡ ਅਤੇ ਈਵਨ ਫੰਕਸ਼ਨ 1 ਤੋਂ ਵੀ ਵੱਡਾ ਹੋਵੇ ਉੱਥੇ ਬਾਉਂਡ ਸਟੇਟ ਦਿੰਦੇ ਹਨ। ਇਸ ਲਈ ਇਹ ਐਲਜੈਬਰਿਕ ਤਰੀਕੇ ਤੋਂ ਕਰਨ ਦਾ ਤਰੀਕਾ ਹੈ ਅਤੇ ਟਰੈਂਡ ਪ੍ਰਾਪਤ ਕਰਨ ਲਈ ਹੈ, ਪਰ ਅਸਲ ਵਿੱਚ ਤੁਹਾਡੇ ਸੋਲਿਊਸ਼ਨ ਦਾ ਪਲੋਟ ਕਰਨ ਲਈ ਵਧੀਆ ਹੋਵੇਗਾ। ਅਤੇ ਵੇਖੋ ਕਿ ਤੁਹਾਨੂੰ ਅਲਫਾ ਲਈ ਇਹ ਨਾਨ ਟ੍ਰਿਵੀਅਲ ਵੈਲਿਊ ਮਿਲਦੀ ਹੈ ਅਤੇ ਇਸ ਲਈ ਅਸੀਂ ਇਸ ਬਾਰੇ ਗ੍ਰਾਫਿਕਲ ਵਿਸ਼ਲੇਸ਼ਣ ਕਿਵੇਂ ਕਰਦੇ ਹਾਂ, ਇਸ ਤਰ੍ਹਾਂ ਜਿਸ ਤਰੀਕੇ ਨਾਲ ਤੁਸੀਂ ਇਸੇ ਨੂੰ ਵੱਖ-ਵੱਖ ਪਰਿਭਾਸ਼ਿਤ ਕਰਦੇ ਹੋ। ਕਨਫਿਊਜ਼ ਨਾ ਹੋਵੋ ਕਿ ਇਹ x ਹੈ ਇੱਕੋ ਪੋਜੀਸ਼ਨ ਨਾਲ ਜਾਂ ਕੁਝ ਵੀ। ਇਸ ਨੂੰ ਸਹੂਲਤ ਲਈ mg ਦੇ ਤੌਰ ਤੇ ਕੁਝ ਵੇਰੀਏਬਲ x ਨੂੰ ਕਾਲ ਕਰ ਰਿਹਾ ਹਾਂ। ਇਸ ਲਈ ਈਵਨ ਸੋਲਿਊਸ਼ਨ ਜੋ ਮੇਰੇ ਕੋਲ ਊਰਜਾ ਲਈ ਸੰਤੁਸ਼ਟ ਕੰਡੀਸ਼ਨ ਦਾ ਸੋਲਿਊਸ਼ਨ ਹੈ। ਜਦੋਂ ਤੁਸੀਂ ਈਵਨ ਵੇਵ ਸੋਲਿਊਸ਼ਨ ਲੈਂਦੇ ਹੋ x ਵੇਰੀਏਬਲ ਦੇ ਟਰਮਜ਼ ਵਿੱਚ ਦੁਬਾਰਾ ਲਿਖਿਆ ਜਾ ਸਕਦਾ ਹੈ। ਤੁਸੀਂ ਇੱਕ ਹੋਰ ਵੇਰੀਏਬਲ y ਨੂੰ ਵੀ ਪਰਿਭਾਸ਼ਿਤ ਕਰ ਸਕਦੇ ਹੋ ਜਿਵੇਂ ਕਿ mga। ਇੱਥੇ ਉਪਰੋਕਤ ਇਕੁਏਸ਼ਨ ਹੋਵੇਗੀ। ਇਸ ਇਕੁਏਸ਼ਨ ਨੂੰ ਇੱਕ ਤੁਸੀਂ ਅਤੇ ਫਿਰ ਹੇਠਾਂ ਇਹ ਪਾ ਕੇ ਦੁਬਾਰਾ ਲਿਖਿਆ ਜਾ ਸਕਦਾ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਕੋਲ ay ਹੋਵੇਗਾ, ਜਿਵੇਂ ਕਿ ਮੈਨੂੰ ਲੱਗਦਾ ਹੈ ਕਿ ਇਹ ਵੀ ਦੋਵਾਂ ਪਾਸਿਆਂ ਤੋਂ ਕੈਂਸਲ ਹੋ ਜਾਵੇਗਾ। ਇਸ ਇਕੁਏਸ਼ਨ ਨੂੰ ਸਿੰਪਲੀਫਾਈ ਕਰਦਾ ਹੈ। ਇਸ ਇਕੁਏਸ਼ਨ ਨੂੰ ਹੋਰ ਸਿੰਪਲੀਫਾਈਡ ਕੀਤਾ ਜਾ ਸਕਦਾ ਹੈ ਜੋ ਕਿ ਇਸ ਇਕੁਏਸ਼ਨ ਲਈ y ਨੂੰ y/x ਦੇ ਅਨੁਪਾਤਕ ਹੋਰ ਸਿੰਪਲੀਫਾਈਡ ਕੀਤਾ ਗਿਆ, ਜੋ ਕਿ e ਦੀ ਪਾਵਰ -2x ਬਰਾਬਰ x/y-1 ਹੈ। ਆਮ ਤੌਰ ਤੇ ਤੁਸੀਂ ਇਸ ਦਾ ਸੋਲਿਊਸ਼ਨ ਕਿਵੇਂ ਲੱਭਦੇ ਹੋ ਅਤੇ ਮੈਂ ਇਤਫਾਕ ਦੇ ਤੌਰ ਤੇ x ਵਿੱਚ ਦਿਲਚਸਪੀ ਰੱਖਦਾ ਹਾਂ ਅਤੇ ਇੱਕ ਖਾਸ y ਲਈ ਤੁਸੀਂ y ਨੂੰ ਕੁਝ ਵੈਲਿਊ ਦੇ ਸਕਦੇ ਹੋ ਕਿਉਂਕਿ ਇਹ ਕਪਲਿੰਗ ਕਾਂਸਟੈਂਟ ਤੇ ਡਿਪੈਂਡ ਕਰਦਾ ਹੈ। ਤੁਹਾਡੇ ਡਿਰੈਕ ਡੈਲਟਾ ਫੰਕਸ਼ਨ
ਦੀ ਪੋਜੀਸ਼ਨ ਪੁੰਜ ਅਤੇ h ਬਾਰ। ਇਹ ਕਨਸਟੈਂਟ y ਦਾ ਪਲੋਟ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ y ਨੂੰ ਕੁਝ ਵੈਲਿਊ ਪੁਆਇੰਟ ਬਣਾਉਣ ਲਈ ਫਿਕਸ ਕਰ ਸਕਦੇ ਹੋ ਜਿੱਥੇ ਤੁਹਾਡੇ ਕੋਲ ਰਾਈਟ ਹੈਂਡ ਸਾਈਡ ਪੁਆਇੰਟ -1 ਅਤੇ ਲੈਫਟ ਹੈਂਡ ਸਾਈਡ ਮਾਈਨਸ ਹੈ ਜੋ ਕਿ ਇੱਕ ਫੰਕਸ਼ਨ ਹੈ x ਦੀ ਬਜਾਏ ਵੀ ਹੋਵੇਗਾ ਕਿਉਂਕਿ y ਹੈ। ਇਸ ਲਈ ਤੁਸੀਂ ਇਹਨੂੰ ਮਾਈਨਸ ਦੇ ਰੂਪ ਵਿੱਚ ਪਲੋਟ ਕਰ ਸਕਦੇ ਹੋ ਅਤੇ ਤੁਸੀਂ y ਦੀ x/a ਦੀ ਇੱਕ ਖਾਸ ਵੈਲਿਊ ਦੁਆਰਾ ਪਲੋਟ ਕਰ ਸਕਦੇ ਹੋ। ਤੁਸੀਂ y ਨੂੰ 1 ਤੋਂ 1 ਲੈ ਸਕਦੇ ਹੋ ਅਤੇ ਫਿਰ ਇਹ ਪਲਸ ਵਿੱਚ ਜੋ ਵੀ ਹੋਵੇ ਅਤੇ ਤੁਸੀਂ ਇਹ ਪਲੋਟ ਕਰ ਸਕਦੇ ਹੋ ਜੋ ਅਸੀਂ ਕਰਦੇ ਹਾਂ। ਤੁਸੀਂ ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਦੋਵੇਂ ਪਾਸੇ ਇੱਕ ਖਾਸ ਵੈਲਿਊ y ਲਈ ਕੁਝ ਇੰਟਰਸੈਕਸ਼ਨ ਪੁਆਇੰਟ ਪ੍ਰਾਪਤ ਕਰਦੇ ਹੋ ਜੋ ਇੰਟਰਸੈਕਸ਼ਨ ਪੁਆਇੰਟ ਤੁਹਾਨੂੰ ਦੱਸੇਗਾ ਕਿ ਕੀ ਹੈ ਅਤੇ ਜਿਸ ਨੂੰ ਦੇਖਦੇ ਹੋਏ ਤੁਸੀਂ ਜਾਣਦੇ ਹੋ ਕਿ ਕੀ ਹੈ। ਤੁਸੀਂ ਇਹ ਵੀ ਨਿਰਧਾਰਿਤ ਕਰ ਸਕਦੇ ਹੋ ਕਿ ਕੀ ਹੈ ਕਿਉਂਕਿ ਵੱਖਰੇ-ਵੱਖਰੇ ਦਿਨ ਤੁਹਾਨੂੰ ਵੱਖਰੇ ਅਲਫਾ ਦੇਣਗੇ ਅਤੇ ਤੁਸੀਂ ਗ੍ਰਾਫਿਕ ਤੌਰ ਤੇ ਪਲੋਟ ਕਰ ਸਕਦੇ ਹੋ ਅਤੇ ਕਰਵ ਦੇ ਰਾਈਟ ਹੈਂਡ ਸਾਈਡ ਦਾ ਸੋਲਿਊਸ਼ਨ ਪ੍ਰਾਪਤ ਕਰ ਸਕਦੇ ਹੋ। ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਕਿ ਤੁਸੀਂ ਇਸ ਨੂੰ ਆਪਣੇ ਆਪ ਪਲੋਟ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਦੇਖੋ ਕੀ ਹੋ ਰਿਹਾ ਹੈ ਜਦੋਂ ਇਹ y ਦੀ ਕਿਹੜੀ ਵੈਲਿਊਜ਼ ਲਈ ਬਦਲਦਾ ਹੈ ਕਿ ਇਹ y ਕੋਈ a ਦੀ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਤਰ੍ਹਾਂ ਇਹ ਇਸ ਵਿੱਚ ਇੱਕ ਰੋਲ ਨਿਭਾਏਗਾ ਕਿ ਅਸੀਂ ਦੇਖਿਆ ਕਿ ਆਡ ਈਵਨ ਫੰਕਸ਼ਨ ਵਿੱਚ a ਦੀ ਲੋੜ ਹੈ ਕਿ g h ਬਾਰ ਸਕੁਏਅਰਡ ਨੂੰ ਕੁਝ ਰੁਕਾਵਟਾਂ ਵਿੱਚ ਵੱਡਾ ਰੋਲ ਨਿਭਾਉਣਾ ਚਾਹੀਦਾ ਹੈ ਜੋ ਕਿ ਇੱਕ ਰੋਲ ਨਿਭਾਉਂਦਾ ਹੈ ਇੱਕ ਟਰਨਿੰਗ ਪੁਆਇੰਟ ਕਿਉਂ ਜਿਸ ਦੇ ਹੇਠਾਂ ਸਿਰਫ ਸੋਲਿਊਸ਼ਨ ਜਾਂ ਉੱਪਰ ਕਿਹੜਾ ਇੱਕ ਉਹਨਾਂ ਨੂੰ ਇਹ ਦੋਵੇਂ ਸੋਲਿਊਸ਼ਨ ਦੂਜੇ ਰਿਜਾਈਮ ਵਿੱਚ ਨਹੀਂ ਹੋਣਗੇ। ਇਸ ਲਈ ਕਿਰਪਾ ਕਰਕੇ ਇਸ ਨਾਲ ਖੇਡੋ ਅਤੇ ਇਸ ਦਾ ਭਾਵਨਾ ਪ੍ਰਾਪਤ ਕਰੋ। ਇਸੇ ਤਰ੍ਹਾਂ ਉਪਰੋਕਤ ਇਕੁਏਸ਼ਨ ਵਿੱਚ ਕੋਟ ਹਾਈਪਰਬੋਲਿਕ ਦੇ ਨਾਲ ਜੋ ਕਿ ਆਡ ਸੋਲਿਊਸ਼ਨ ਲਈ ਹੈ ਸਾਨੂੰ ਇੱਕ ਕੰਡੀਸ਼ਨ ਮਿਲਦੀ ਹੈ। ਮੈਂ ਇਸ ਕੰਡੀਸ਼ਨ ਨੂੰ ਉਸੇ x ਅਤੇ y ਵੇਰੀਏਬਲ ਦੇ ਟਰਮਜ਼ ਵਿੱਚ ਦੁਬਾਰਾ ਲਿਖ ਰਿਹਾ ਹਾਂ। ਕਿਰਪਾ ਕਰਕੇ ਇਸ ਦੀ ਵੀ ਪੁਸ਼ਟੀ ਕਰੋ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ -y ਕਰਵ ਹੈ। ਇੱਥੇ -1 ਦਾ ਇੰਟਰਸੈਪਟ ਹੋਵੇਗਾ। ਇਸ ਵਿੱਚ ਇੱਕ ਸਲੋਪ ਹੋਵੇਗੀ ਜੋ ਕਿ ਨੈਗੇਟਿਵ ਹੈ। ਹਮੇਸ਼ਾ ਇਸ ਪ੍ਰਕਾਰ ਦੇ ਟਰੈਂਡ ਨੂੰ ਦੇਖੋ ਜਿਸ ਨੂੰ ਤੁਸੀਂ ਪਲੋਟ ਕਰ ਸਕਦੇ ਹੋ। ਇਸ ਲਈ ਅਲਟੀਮੇਟ ਚੀਜ਼ ਕੀ ਹੈ ਜੋ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇੱਕ ਖਾਸ y ਲਈ ਲੈਫਟ ਹੈਂਡ ਸਾਈਡ ਦੇ ਕਰਵ ਦਾ ਇੰਟਰਸੈਕਸ਼ਨ ਪੁਆਇੰਟ ਤੁਹਾਨੂੰ ਕਿਸੇ ਵੀ ਈਵਨ ਸੋਲਿਊਸ਼ਨ ਲਈ ਊਰਜਾ ਦੇਵੇਗਾ। ਇਸੇ ਤਰ੍ਹਾਂ ਆਡ ਸੋਲਿਊਸ਼ਨ ਲਈ ਲੈਫਟ ਹੈਂਡ ਸਾਈਡ ਦੇ ਰਾਈਟ ਹੈਂਡ ਸਾਈਡ ਦਾ ਇੰਟਰਸੈਕਸ਼ਨ ਪੁਆਇੰਟ ਤੁਹਾਨੂੰ ਇੱਕ ਹੋਰ ਊਰਜਾ ਦੇਵੇਗਾ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਊਰਜਾ ਇੱਕੋ ਜਿਹੀ ਹੈ ਜਾਂ ਵੱਖਰੀ। ਕਿਸ ਕੋਲ ਘੱਟ ਊਰਜਾ ਹੈ ਜਿਸ ਵਿੱਚ ਹਾਇਰ ਐਨਰਜੀ ਉੱਚ ਊਰਜਾ ਹੈ। ਇਹ ਸਾਰੀਆਂ ਜਾਂਚਾਂ ਠੀਕ ਹੋ ਸਕਦੀਆਂ ਹਨ। ਇਸ ਲਈ y ਮਾਈਨਸ ਦੇ ਕਰਵ ਨਾਲ ਪਲੋਟ ਕਰੋ 2 ਵਾਰ x y y -1 ਵਰਸੇਸ x। ਇਹ ਹੈ ਕਿ ਈਵਨ ਫੰਕਸ਼ਨ ਹਾਂ ਜੋ ਕਿ ਈਵਨ ਫੰਕਸ਼ਨ ਅਤੇ ਆਡ ਫੰਕਸ਼ਨ ਲਈ ਵੀ -2 ਵਾਰ। ਅਸੀਂ ਕਰਵ 1 ਦੇ ਨਾਲ ਆਡ ਸੋਲਿਊਸ਼ਨ ਦੇ ਕਿਸੇ ਇੰਟਰਸੈਕਸ਼ਨ ਦੀ ਜਾਂਚ ਨਹੀਂ ਕਰਦੇ ਕਿ ਇਹ y ਕੰਡੀਸ਼ਨ ਸਾਡੇ ਕੋਲ ਪਹਿਲਾਂ ਹੀ ਹੈ। ਜੇਕਰ ਤੁਹਾਨੂੰ ਯਾਦ ਹੈ ਸਾਡੇ ਕੋਲ ਇੱਕ ਕੰਡੀਸ਼ਨ ਸੀ ਕਿ 2 ਵਾਰ mg ਸਕੁਏਅਰਡ 1/a ਤੋਂ ਵੱਧ ਪ੍ਰਾਪਤ ਕਰੋ। ਤੁਸੀਂ ਇਸ ਨੂੰ 1 ਦੁਆਰਾ ਕਹਿ ਸਕਦੇ ਹੋ ਅਤੇ ਫਿਰ ਇਹ y ਬਣ ਜਾਂਦਾ ਹੈ ਤਾਂ ਸੋਲਿਊਸ਼ਨ ਆਡ ਸੋਲਿਊਸ਼ਨ y ਤੋਂ ਵੱਧ ਲਈ ਮੌਜੂਦ ਹੋਵੇਗਾ। y ਤੋਂ ਵੱਧ y ਲਈ ਇੱਕ ਈਵਨ ਸੋਲਿਊਸ਼ਨ ਮੌਜੂਦ ਹੋਵੇਗਾ। ਫਿਰ ਕਿਸੇ ਵੀ y ਲਈ ਇੱਕ ਈਵਨ ਸੋਲਿਊਸ਼ਨ ਹੋਵੇਗਾ। ਸਾਨੂੰ ਆਡ ਸੋਲਿਊਸ਼ਨ ਲਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਮਿਲਦੀ। ਜੇਕਰ y ਵੱਡਾ ਹੈ ਤਾਂ ਤੁਹਾਡੇ ਕੋਲ ਸੋਲਿਊਸ਼ਨ ਹੋਵੇਗਾ। ਤੁਹਾਡੇ ਕੋਲ ਕੋਈ ਸੋਲਿਊਸ਼ਨ ਨਹੀਂ ਹੋਵੇਗਾ ਜਦੋਂ y ਵਿੱਚ ਵੱਖ-ਵੱਖ ਅਲਫਾਜ਼ ਹੋਣੇ ਘੱਟ ਹੋਣਗੇ ਕਿਉਂਕਿ ਕਰਵ ਦੇ ਨਾਲ ਕੋਈ ਇੰਟਰਸੈਕਸ਼ਨ ਆਡ ਸੋਲਿਊਸ਼ਨ ਨਹੀਂ ਹੈ। ਜਦੋਂ y
ਇਹ ਹੈ ਕਿ ਮੈਂ ਇਹ ਕਿਵੇਂ ਲਿਖ ਰਿਹਾ ਹਾਂ ਤਾਂ ਤੁਸੀਂ ਪਿਛਲੀ ਸਲਾਈਡ ਤੋਂ ਦੋਵੇਂ ਔਡ ਅਤੇ ਈਵਨ ਇੰਟਰਸੈਕਟ ਸਾਰੀ ਕਰਵ। ਇਹ ਸਭ ਤੋਂ ਵੱਡਾ ਵਾਈ ਪਲੋਟ ਹੈ ਜੋ ਤੁਸੀਂ ਆਪਣੇ ਲਈ ਮੈਥੇਮੈਟੀਕਲ ਵਿੱਚ ਪਲੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਹੜੀ ਕਰਵ ਹੈ? ਨੀਲੀ ਰੰਗ ਦੀ ਲਾਈਨ ਕੀ ਹੈ? ਮਾਈਨਸ ਦੁੱਗਣਾ ਕੀ ਹੈ ਇਸ ਸੰਤਰੀ ਰੰਗ ਦੀ ਲਾਈਨ? ਔਡ ਸੋਲਿਊਸ਼ਨ ਜਾਂ ਈਵਨ ਸੋਲਿਊਸ਼ਨ? ਈਵਨ ਸੋਲਿਊਸ਼ਨ ਦਾ ਕੀ ਹੈ? ਇਹ ਇਸ ਪੁਆਇੰਟ ਤੇ ਇੰਟਰਸੈਕਟ ਕਰਦਾ ਹੈ, ਇਸ ਲਈ ਸੋਲਿਊਸ਼ਨ ਹੈ, ਪਰ ਔਡ ਹਰੀ ਲਾਈਨ ਤੋਂ ਸ਼ੁਰੂ ਹੋਵੇਗੀ ਅਤੇ ਹਰੀ ਲਾਈਨ ਇੰਟਰਸੈਕਟ ਹੋਵੇਗੀ ਨਹੀਂ ਉਸੇ ਊਰਜਾ ਨੂੰ। ਦੇਖੋ ਜਦੋਂ ਇਸ ਲਈ ਮੈਂ ਇਸ ਨੂੰ y ਵੈਲਿਊ ਦੇ ਨਾਲ ਪੁਆਇੰਟ ਵਜੋਂ ਪਲੋਟ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਮੈਨੂੰ ਇਹ ਪਲੋਟ ਮਿਲਿਆ ਜੋ ਤੁਸੀਂ ਕੋਸ਼ਿਸ਼ ਅਤੇ ਚੈੱਕ ਕਰ ਸਕਦੇ ਹੋ। ਇੱਥੇ ਸਿਰਫ 2 ਸੋਲਿਊਸ਼ਨ ਕਿਉਂ ਹਨ ਤੁਹਾਡੇ ਕੋਲ? ਹੋਰ ਕੀ ਬੈਰੀਅਰ ਇਨਫਾਈਨਾਈਟ ਹੋ ਸਕਦਾ ਹੈ? ਹਾਂ, ਤੇ ਇਹ ਡੈਲਟਾ ਫੰਕਸ਼ਨ ਹੈ। ਇਸ ਲਈ ਪਰ ਇਹ ਖਾਸ ਲਈ ਵੀ ਹੈ। ਤੁਸੀਂ ਡਾਇਰੈਕਟ ਡੈਲਟਾ ਫੰਕਸ਼ਨ x ਬਰਾਬਰ ਤੇ ਪਲੱਸ a ਅਤੇ ਮਾਈਨਸ a ਤੇ ਇੱਕ ਸਪਾਈਕ ਹੈ ਤਾਂ ਜੋ ਇਸ ਤਰ੍ਹਾਂ ਦੀ ਇੱਕ ਡਿਸਕੰਟੀਨਿਊਇਟੀ ਪੈਦਾ ਹੁੰਦੀ ਹੈ ਅਤੇ ਇਹ ਸਿਰਫ ਸੰਭਵ ਸੋਲਿਊਸ਼ਨ ਹੈ ਜਦੋਂ ਤੁਸੀਂ ਇੱਕ ਪੋਟੈਂਸ਼ੀਅਲ ਚੰਗੀ ਅਤੇ ਰੁਕਾਵਟਾਂ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਸੋਲਿਊਸ਼ਨ ਨਹੀਂ ਮਿਲਦੇ, ਪਰ ਤੁਹਾਡੇ ਕੋਲ ਪਾਰਟੀਕਲ ਦੀ ਇੱਕ ਖਾਸ ਊਰਜਾ ਲਈ ਇੱਕ ਹੈ ਜਿਸ ਨੂੰ ਤੁਸੀਂ ਭੇਜਦੇ ਹੋ। ਤੁਹਾਨੂੰ ਇੱਕ ਸੋਲਿਊਸ਼ਨ ਜਾਂ ਵੱਖੋ ਵੱਖਰੀਆਂ ਊਰਜਾਵਾਂ ਮਿਲਦੀਆਂ ਹਨ ਜੋ ਤੁਸੀਂ ਇਹ ਤੇ ਨਿਰਭਰ ਕਰ ਸਕਦੇ ਹੋ, ਪਰ ਇਹ ਦੁਆਰਾ ਸੀਮਿਤ ਹੈ। ਇਸ ਤੇ ਨਿਰਭਰ ਕਰਦਾ ਹੈ ਕਿ ਸਮੱਸਿਆ ਦਿੱਤੀ ਗਈ ਹੈ, ਇਸ ਲਈ ਤੁਹਾਡੇ ਕੋਲ ਕੇਵਲ ਇੱਕ ਖਾਸ ਊਰਜਾ ਹੋਵੇਗੀ ਜੋ ਸੰਤੁਸ਼ਟ ਕਰਦੀ ਹੈ। ਜੋ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਬੇਕਾਰ ਚੀਜ਼ਾਂ ਤੋਂ ਵੱਧ ਕੁਝ ਪ੍ਰਾਪਤ ਨਹੀਂ ਹੁੰਦਾ ਹੈ। ਕਈ ਵਾਰ ਜਦੋਂ ਤੁਹਾਡੇ ਕੋਲ 10 ਫੰਕਸ਼ਨ ਹੁੰਦੇ ਹਨ ਤਾਂ ਕਰਵਾਂ ਦੀ ਇੱਕ ਲੜੀ ਹੁੰਦੀ ਹੈ ਤਾਂ ਸੰਭਾਵਨਾ ਹੁੰਦੀ ਹੈ ਕਿ ਇਹ ਉੱਚੇ ਕਰਵਾਂ ਤੇ ਲੱਗਦਾ ਹੈ, ਪਰ ਤੁਹਾਡੀ ਐਕਸਪੋਨੈਂਸ਼ੀਅਲ ਡੈਂਪਿੰਗ ਕਰਵ ਸਿੱਧੀ ਲਾਈਨ ਲਈ ਅਸੰਭਵ ਹੈ। ਇਹ ਦਲੀਲ ਦੇਣ ਦਾ ਤਰੀਕਾ ਕਿ ਇੱਥੇ ਸਿਰਫ ਬਾਉਂਡ ਸਟੇਟ ਹੋਵੇਗੀ, ਪਰ ਮੈਂ ਇਸ ਬਾਰੇ ਸੋਚਦਾ ਹਾਂ, ਪਰ ਮੈਂ ਜਾਣਦਾ ਹਾਂ ਕਿ ਦੂਜੇ ਮਾਮਲਿਆਂ ਲਈ ਜਦੋਂ ਤੁਹਾਡੇ ਕੋਲ ਕੁਝ ਰਿਜਨਸ ਵਿੱਚ ਓਸੀਲੇਟਰੀ ਸੋਲਿਊਸ਼ਨ ਹੁੰਦੇ ਹਨ ਜੋ ਕਿ ਇਹ ਬਾਕਸ ਵਿੱਚ ਤੁਹਾਡੇ ਪਾਰਟੀਕਲ ਦੇ ਕੇਸ ਵਿੱਚ ਹੁੰਦਾ ਹੈ ਅਤੇ ਇਸ ਤਰ੍ਹਾਂ ਹੋਰ, ਤੁਹਾਡੇ ਕੋਲ ਵਾਰ-ਵਾਰ ਪੀਰੀਓਡਿਕ ਇੱਕ ਹੋ ਸਕਦੇ ਹਨ ਜੋ ਤੁਹਾਨੂੰ ਇਸ ਤਰ੍ਹਾਂ ਦੇ ਸਕਦਾ ਹੈ ਅਤੇ ਤੁਹਾਨੂੰ ਊਰਜਾ ਪ੍ਰਦਾਨ ਕਰ ਸਕਦਾ ਹੈ, ਪਰ ਇਸ ਕੇਸ ਵਿੱਚ ਹਮੇਸ਼ਾ ਰੀਜਨਸ ਦਾ ਡੈਂਪਿੰਗ ਐਕਸਪੋਨੈਂਸ਼ੀਅਲ ਸੋਲਿਊਸ਼ਨ ਹਨ। ਕਹੋ ਕਿ ਅਜਿਹੇ ਕੇਸਾਂ ਵਿੱਚ ਕੋਈ ਪੀਰੀਓਡਿਸਿਟੀ ਨਹੀਂ ਹੈ ਜਿਸ ਵਿੱਚ ਤੁਸੀਂ ਇੱਕ ਤੋਂ ਵੱਧ ਸੋਲਿਊਸ਼ਨ ਲੱਭ ਸਕਦੇ ਹੋ। ਇਹ ਉਹ ਹੈ ਜੋ ਮੈਂ ਵੇਖਦਾ ਹਾਂ, ਪਰ I ਜਾਂ ਇੱਕ ਪ੍ਰੂਫ ਪਰ ਠੀਕ ਹੈ ਸਮਾਨ ਚੀਜ਼ ਅਸੀਂ y ਲਈ ਪਲੋਟ ਕਰ ਸਕਦੇ ਹਾਂ, ਇਸ ਲਈ ਇਹ ਬਹੁਤ ਕਲੀਅਰ ਪਲੋਟ ਨਹੀਂ ਹੈ, ਪਰ ਤੁਸੀਂ ਅਜੇ ਵੀ ਦੇਖ ਸਕਦੇ ਹੋ ਕਿ ਨੀਲਾ ਕਰਵ ਐਕਸਪੋਨੈਂਸ਼ੀਅਲ ਕਰਵ ਹੈ ਅਤੇ y ਤੋਂ ਵੱਧ ਲਈ ਔਡ ਫੰਕਸ਼ਨ ਦੀ ਸਲੋਪ ਹੈ ਅਤੇ ਇਹ ਇਸ ਕਰਵ ਤੇ ਲੱਗਦਾ ਹੈ ਅਤੇ ਇਸੇ ਤਰ੍ਹਾਂ ਈਵਨ ਫੰਕਸ਼ਨ ਵੀ ਇਸ ਨੂੰ ਲੱਗ ਰਹੇ ਹਨ। ਤਾਂ ਕੀ ਹੋ ਰਿਹਾ ਹੈ? ਅਸੀਂ ਕਿਵੇਂ ਦੇਖਦੇ ਹਾਂ ਕਿ ਇੱਥੇ ਕਿਹੜੀ ਊਰਜਾ ਛੋਟੀ ਹੈ? ਬੇਸ਼ੱਕ ਇਹ ਊਰਜਾ ਜਦੋਂ y ਇੱਥੇ ਹੋਣ ਵਾਲੀ ਊਰਜਾ ਹੈ, ਪਰ ਇੱਥੇ ਊਰਜਾ ਵੱਧ ਰਹੀ ਹੈ ਅਤੇ ਇਹ ਘੱਟ ਨੈਗੇਟਿਵ ਹੈ ਜੋ ਹੈ ਇਸ ਲਈ ਇਹ ਉਹ ਹੈ ਜੋ ਅਸੀਂ ਦੇਖਦੇ ਹਾਂ ਕਿ ਨੈਗੇਟਿਵ ਊਰਜਾ ਦੀਆਂ ਗਰਾਊਂਡ ਸਟੇਟ ਈਵਨ ਵੇਵ ਫੰਕਸ਼ਨ ਲਈ ਘੱਟ ਹੋਣ ਜਾ ਰਹੀਆਂ ਹਨ, ਜਿੰਨਾ ਕਿ ਸਾਫ਼ ਅਤੇ ਵਧੀਆ ਹੈ। ਇਸ ਲਈ ਮੈਂ ਸੋਚਿਆ ਕਿ ਮੈਂ ਸਲਾਈਡਾਂ ਤੁਹਾਨੂੰ ਦਿਖਾਉਣ ਲਈ ਲੈ ਕੇ ਜਾ ਸਕਦਾ ਹਾਂ ਕਿ ਤੁਸੀਂ ਜਾਣ ਸਕੋ ਤਾਂ ਜੋ ਤੁਹਾਡੇ ਦਿਮਾਗ ਵਿੱਚ ਇਹ ਕਲੀਅਰ ਹੋਵੇ ਅਤੇ ਤੁਹਾਨੂੰ ਪਤਾ ਹੋਵੇ ਕਿ ਮੁਸ਼ਕਲ ਪ੍ਰੋਬਲਮ ਨੂੰ ਕਦੋਂ ਕਰਨਾ ਹੈ ਅਤੇ ਤੁਹਾਨੂੰ ਉਹਨਾਂ
ਦਾ ਗ੍ਰਾਫਿਕ ਤੌਰ ਤੇ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਇਹ ਵੀ ਦੇਖਣ ਦੀ ਕੋਸ਼ਿਸ਼ ਕਰੋ ਕਿ ਕੀ ਤੁਸੀਂ ਵਿਸ਼ਲੇਸ਼ਣਾਤਮਕ ਤੌਰ ਤੇ ਕੁਝ ਰੀਜਨਸ ਵਿੱਚ ਜਾ ਸਕਦੇ ਹੋ, ਜਿਵੇਂ ਕਿ ਇਹ ਬਹੁਤ ਵਧੀਆ ਹੋਣਾ। ਫਿਰ ਤੁਹਾਨੂੰ ਇਹ ਟਰਡਜ਼ ਮਿਲਦਾ ਹੈ। ਜਦੋਂ ਤੁਸੀਂ ਟਰੈਂਡ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਵਾਪਸ ਚਲੇ ਜਾਂਦੇ ਹੋ ਅਤੇ ਦੇਖੋ ਕਿ ਕੀ ਟਰੈਂਡ ਇਹ ਆਰਬਿਟਰੇਰੀ ਲਈ ਦੇਖਿਆ ਗਿਆ ਹੈ। ਮੈਂ ਫਾਈਲ ਕਰਦਾ ਹਾਂ ਤਾਂ ਇੱਥੇ ਕਿਸੇ ਵੀ ਕੰਡੀਸ਼ਨ A ਤੋਂ B ਵਿੱਚ ਰੱਖੋ। ਗ੍ਰਾਫ ਤੁਹਾਨੂੰ ਇਹ ਦੱਸਦਾ ਹੈ ਕਿ ਹੈ ਜਾਂ ਕੀ ਹੈ। ਜੋ ਮੈਂ ਇਸ ਇੰਟਰਸੈਕਸ਼ਨ ਨੂੰ ਦੇਖ ਕੇ ਪਤਾ ਲਗਾ ਰਿਹਾ ਸੀ ਕਿ ਆਮ ਤੌਰ ਤੇ ਬਾਉਂਡ ਵਾਲੀਆਂ ਸਟੇਟਸ ਲਈ ਤੁਹਾਡੇ ਕੋਲ ਇੱਕ ਤੋਂ ਵੱਧ ਸੋਲਿਊਸ਼ਨ ਹਨ। ਪਰ ਜੇਕਰ ਤੁਹਾਡੇ ਕੋਲ ਕੁਝ ਰੀਜਨਸ ਵਿੱਚ ਓਸੀਲੇਟਰੀ ਸੋਲਿਊਸ਼ਨਸ ਹਨ ਅਤੇ ਇਸ ਐਕਸਪੋਨੈਂਸ਼ਲੀ ਡੈਂਪਿੰਗ ਨੀਲੇ ਕਰਵ ਦੀ ਬਜਾਏ ਪੀਰੀਓਡਿਕ ਕਿਸਮ ਦੇ ਕਰਵ ਹੋ ਸਕਦੇ ਹਨ ਅਤੇ ਇੱਕ ਸਿੱਧੀ ਲਾਈਨ ਕਈ ਪੁਆਇੰਟਸ ਤੇ ਉਹਨਾਂ ਪੀਰੀਓਡਿਕ ਕਰਵਾਂ ਨੂੰ ਕੱਟ ਸਕਦੀ ਹੈ, ਫਿਰ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਕੋਲ ਬਾਉਂਡ ਸਟੇਟਸ ਹੋਣਗੀਆਂ ਜਦੋਂ ਤੁਹਾਡੀ ਊਰਜਾ ਬਾਉਂਡ ਸਟੇਟਸ ਅਤੇ ਇਸ ਤਰ੍ਹਾਂ ਦੇ ਵਿਚਕਾਰ ਹੋਵੇ। ਪਰ ਇਸ ਕੇਸ ਵਿੱਚ ਡੈਲਟਾ ਫੰਕਸ਼ਨ ਪੋਟੈਂਸ਼ੀਅਲ, ਤੁਸੀਂ ਉਹਨਾਂ ਸਾਰੇ ਰੀਜਨਸ ਨੂੰ ਦੇਖਦੇ ਹੋ ਜੋ ਤੁਹਾਡੇ ਕੋਲ ਸਿਰਫ ਐਕਸਪੋਨੈਂਸ਼ਲੀ ਡੈਂਪਿੰਗ ਜਾਂ ਵਧ ਰਹੇ ਫੰਕਸ਼ਨ ਹਨ। ਤੁਹਾਡੇ ਕੋਲ ਇੱਕ ਕਰਵ ਹੋਵੇਗਾ ਨਾ ਕਿ ਜੇਕਰ ਤੁਹਾਡੇ ਕੋਲ ਇੱਕ tan ਫੰਕਸ਼ਨ ਹੈ ਤਾਂ ਤੁਹਾਡੇ ਕੋਲ IBY ਤੋਂ ਕਰਨ ਦੇ ਵਿਚਕਾਰ ਕਰਵ ਦੀ ਇੱਕ ਲੜੀ ਹੈ। ਕੀ ਤੁਸੀਂ ਕੁਝ ਪੀਰੀਓਡਿਸਿਟੀ ਵੀ ਦੇਖਣਾ ਸ਼ੁਰੂ ਕਰਦੇ ਹੋ ਅਤੇ ਜੇਕਰ ਤੁਸੀਂ ਰਾਈਟ ਹੈਂਡ ਸਾਈਡ ਦਾ ਦੂਜਾ ਕਰਵ ਲਗਾਉਂਦੇ ਹੋ ਤਾਂ ਇਹ ਉਹਨਾਂ ਪੀਰੀਓਡਿਕ ਨੂੰ ਕਰਵ ਦੇ ਵੱਖ-ਵੱਖ ਪੁਆਇੰਟਸ ਤੇ ਇੰਟਰਸੈਕਟ ਕਰਦਾ ਹੈ। ਮੇਰੀ ਸੋਚ ਨਾਲੋਂ ਤੁਹਾਡੇ ਕੋਲ ਵੱਧ ਹੋ ਸਕਦਾ ਹੈ ਕਿ ਇਹ ਤੁਹਾਨੂੰ ਜਵਾਬ ਦਿੰਦਾ ਹੈ। ਮੈਂ ਤੁਹਾਨੂੰ ਕੁਝ ਹੋਰ ਚੀਜ਼ਾਂ ਦੇਣਾ ਚਾਹੁੰਦਾ ਹਾਂ। ਤੁਹਾਡੇ ਵਿੱਚੋਂ ਕਿੰਨੇ ਫੋਰੀਅਰ ਟ੍ਰਾਂਸਫੋਰਮੇਸ਼ਨ ਜਾਣਦੇ ਹਨ ਕਿ ਤੁਸੀਂ ਕੁਆਂਟਮ ਫਿਜ਼ਿਕਸ ਮੋਮੈਂਟਮ ਸਪੇਸ ਵਿੱਚ ਫੋਰੀਅਰ ਤਬਦੀਲੀਆਂ ਨੂੰ ਕਿਵੇਂ ਦੇਖਦੇ ਹੋ? ਇਸ ਲਈ ਮੈਂ ਕੋਸ਼ਿਸ਼ ਕਰਦਾ ਹਾਂ ਤੁਹਾਨੂੰ ਥੋੜਾ ਹੋਰ ਫਲੇਵਰ ਦਿੰਦਾ ਹਾਂ, ਫਿਰ ਇੱਥੇ ਰੁਕਾਂਗਾ। ਅਸੀਂ ਜੋ ਦੇਖਿਆ ਹੈ ਉਹ ਇੱਕ ਪਾਕਸ ਵਿੱਚ ਇੱਕ ਪਾਰਟੀਕਲ ਹੈ ਜੋ ਅਸੀਂ ਐਕਸ ਨੂੰ ਐਕਸ ਹੋਰ ਸਟੇਸ਼ਨਰੀ ਸਟੇਟ ਸੋਲਿਊਸ਼ਨ ਰੀਜਨਸ ਦੇ ਪਲੇਨ ਦੇ ਐਕਸ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਸ ਨੂੰ ਅਸੀਂ ਇੱਕ ਲੀਨੀਅਰ ਸੁਪਰਪੋਜ਼ਿਸ਼ਨ ਕਹਿੰਦੇ ਹਾਂ। ਪਰ ਅਸੀਂ ਵੇਵ ਪੈਕੇਟ ਨੂੰ ਪਲੇਨ ਵੇਵਜ਼ ਦੀ ਸੁਪਰਪੋਜ਼ਿਸ਼ਨ ਦੇ ਸੁਪਰਪੋਜ਼ਿਸ਼ਨ ਦੇ ਤੌਰ ਤੇ ਲੈ ਸਕਦੇ ਹਾਂ। ਪਲੇਨ ਵੇਵਜ਼ ਨੂੰ ਆਮ ਤੌਰ ਤੇ ਇੱਥੇ ਬਾਏ ਦਰਸਾਇਆ ਜਾਂਦਾ ਹੈ। ਫਰੀ ਪਾਰਟੀਕਲ ਮੈਂ ਐਕਸ ਦੀ ਫਾਈਲ ਕਿਵੇਂ ਲਿਖਾਂ? ਮੈਂ ਇਸ ਨੂੰ ਇਸ ਤਰ੍ਹਾਂ ਸਕਦੀ ਹਾਂ ਜਿਵੇਂ ਮੈਂ ਇਹ ਸਮੇਸ਼ਨ ਲੈ ਸਕਦਾ ਹਾਂ ਜੇਕਰ ਉਹਨਾਂ ਦੇ ਕੇਸ ਵੱਖਰੇ ਹਨ, ਪਰ ਜੇਕਰ ਕਿ ਕੰਟੀਨਿਊਅਸ ਹੈ। ਮਾਈਨਸ ਤੋਂ ਪਲੋਟ ਵੱਲ ਜਾਣਾ ਇਹ ਹੈ ਕਿ ਮੈਂ ਇਸ ਇੰਟੀਗਰਲ ਡੀਕੇ ਨੂੰ ਇਸ ਤਰ੍ਹਾਂ ਕਿਵੇਂ ਲਿਖਾਂ ਜਿਵੇਂ ਕਿ ਤੁਹਾਡੇ ਕੋਲ ਇਹ ਸਟੇਟ ਆਰਬਿਟਰੇਰੀ ਸਟੇਟ ਲਈ ਪ੍ਰੋਬੇਬਿਲਿਟੀ ਐਪਲੀਟਿਊਡ ਹੈ। ਤੁਸੀਂ ਜਾਣਦੇ ਹੋ ਕਿ ਇਹ ਊਰਜਾ ਸਕੁਏਅਰਡ ਕੀ ਹੈ? ਊਰਜਾ ਦੇ ਹੋਣ ਜਾਂ ਹੋਣ ਦੀ ਸਟੇਟ ਦੀ ਪ੍ਰੋਬੇਬਿਲਿਟੀ ਹੈ। ਇਸੇ ਤਰ੍ਹਾਂ ਮੈਂ ਇਹ ਪ੍ਰੋਬੇਬਿਲਿਟੀ ਫੈਕਟਰ ਟਾਈਮ ਲੈ ਸਕਦਾ ਹਾਂ। ਦੇਖੋ, ਇੱਥੇ ਕੁਝ ਨਾਰਮਲਾਈਜੇਸ਼ਨ ਹੈ। ਇੱਥੇ ਕੁਝ ਕਿਤਾਬਾਂ ਨੂੰ ਫੋਲੋ ਕੀਤਾ ਜਾਂਦਾ ਹੈ। ਮੈਂ ਇਸ ਗੱਲ ਤੇ ਵਾਪਸ ਆ ਜਾਂਦਾ ਹਾਂ ਕਿ ਮੈਂ ਜੋ ਕੀਤਾ ਹੈ ਬਿਲਕੁਲ ਉਸੇ ਤਰ੍ਹਾਂ ਦੀ ਵੱਖਰੀ ਲੀਨੀਅਰ ਸੁਪਰਪੋਜ਼ਿਸ਼ਨ ਹੈ। ਪਰ ਇੱਕ ਵੇਵ ਪੈਕੇਟ ਦੀ ਇਸ ਸੀਰੀਜ਼ ਵਿੱਚ ਤੁਸੀਂ ਵੱਖ-ਵੱਖ ਪਲੇਨ ਵੇਵ ਨੂੰ ਸੁਪਰਪੋਜ਼ ਕਰਦੇ ਹੋ ਤਾਂ ਕਿ ਵੱਖ-ਵੱਖ ਵੇਵ ਵੈਕਟਰ ਜਾਂ ਬਰਾਬਰ ਵੇਵਲੈਂਥ ਅਤੇ ਇਹ ਵੇਵ ਵੈਕਟਰ ਕੇ ਲਈ ਕੰਟੀਨਿਊਅਸ ਡਿਸਟ੍ਰੀਬਿਊਸ਼ਨ ਹੈ। ਇੱਥੇ n ਦੇ ਉਲਟ n ਨੂੰ ਵੱਖਰਾ ਹੈ। ਇਹ ਵੱਖਰੇ ਵਿੱਚ ਜਾਂਦਾ ਹੈ। ਸਾਨੂੰ ਇਹ ਸਮੇਸ਼ਨ ਲਗਾਉਣ ਦੀ ਜ਼ਰੂਰਤ ਹੈ ਜੋ ਤੁਸੀਂ ਇਕੁਇਵੈਲੈਂਟਲੀ ਰੂਪ ਵਿੱਚ ਇੱਕ ਸੁਪਰਪੋਜ਼ਿਸ਼ਨ ਕਰ ਸਕਦੇ ਹੋ, ਜੋ ਇੱਥੇ ਇੱਕ ਇੰਟੀਗਰੇਸ਼ਨ ਹੈ। ਜਦੋਂ ਇਹ ਇੱਕ ਇੰਟੀਗਰੇਸ਼ਨ ਲਗਾਉਂਦਾ ਹੈ, ਜਦੋਂ ਇਹ ਸਮੇਸ਼ਨ ਲਗਾਉਂਦਾ ਹੈ ਤਾਂ ਫੋਰੀਅਰ ਟ੍ਰਾਂਸਫਾਰਮ ਤਾਂ ਇਹ ਐਕਸਪ੍ਰੈਸ਼ਨ ਕੁਝ ਵੀ ਨਹੀਂ ਹੈ ਪਰ ਤੁਹਾਡਾ
ਜਾਣਿਆ ਪਛਾਣਿਆ ਫੋਰੀਅਰ ਟਰਾਂਸਫਾਰਮ ਕੁਝ ਨਹੀਂ ਹੈ ਜੋ ਤੁਸੀਂ ਪੜ੍ਹਿਆ ਹੈ। ਇੱਥੇ ਇਹ ਵੇਵ ਪੈਕੇਟ ਦੇ ਲਈ ਸਾਰੇ ਸੰਭਵ ਪਲੇਨ ਦੀ ਸੁਪਰਪੋਜੀਸ਼ਨ ਹੈ ਜਿਸ ਵਿੱਚ ਇੱਕ ਵੇਵ ਵੈਕਟਰ ਕੇ ਹੋਣ ਵੱਲ ਪੁਆਇੰਟਿੰਗ ਦੀ ਪ੍ਰੋਬੇਬਿਲਿਟੀ ਹੈ ਜੋ yk ਦੇ ਮੋਡ ਦੁਆਰਾ ਦਿੱਤਾ ਗਿਆ ਹੈ ਨੂੰ x ਤੇ ਡਿਪੈਂਡ ਕਰਨ ਦੀ ਲੋੜ ਹੈ। ਅਫਸੋਸ ਹੈ ਕਿ ਇਸ ਤੇ ਡਿਪੈਂਡ ਕਰਨ ਦੀ ਜ਼ਰੂਰਤ ਹੈ ਕਿ k ਤੇ ਡਿਪੈਂਡ ਕਰਦਾ ਹੈ ਕਿ ਇਹ ਬਹੁਤ ਸਹੀ ਹੈ। ਤੁਹਾਡੇ ਸਾਰੇ ਫੋਰੀਅਰ ਟਰਾਂਸਫਾਰਮ ਵਿੱਚ ਤੁਸੀਂ ਇਸ ਨੂੰ ਚੀਜ਼ ਦੇ ਰੂਪ ਵਿੱਚ ਬਦਲ ਦਿੱਤਾ ਹੋਵੇਗਾ। ਫਿਰ ਤੁਸੀਂ ਮੋਮੈਂਟਮ ਸਪੇਸ ਵਿੱਚ ਇਹ ਫੋਰੀਅਰ ਟਰਾਂਸਫਾਰਮ ਕਹੋਗੇ ਅਤੇ x ਦਾ ਸੰਦਰਭ ਇਹ ਫੋਰੀਅਰ ਟਰਾਂਸਫਾਰਮ x ਹੈ ਅਤੇ ਫੋਰੀਅਰ ਟਰਾਂਸਫਾਰਮ ਦੇ ਕਈ ਹੋਰ ਪ੍ਰਾਪਰਟੀਜ਼ ਹਨ ਜੋ ਤੁਸੀਂ ਜਾਣਦੇ ਹੋ। ਆਓ ਇੱਕ ਫਰੀ ਪਾਰਟੀਕਲ ਲਈ ਇਸ ਫੋਰੀਅਰ ਟਰਾਂਸਫਾਰਮ ਦੇ ਆਧਾਰ ਤੇ ਕੁਝ ਪ੍ਰੋਬਲਮ ਦੇਵਾਂਗੇ ਜਿੱਥੇ ਤੁਸੀਂ ਆਪਣੇ k ਨੂੰ ਊਰਜਾ ਉੱਤੇ h ਬਾਰ ਸਕੁਏਅਰਡ ਤੇ ਰੱਖ ਸਕਦੇ ਹੋ। ਤੁਸੀਂ ਇਸ ਦੇ ਟਰਮਜ਼ ਵਿੱਚ ਇਸ ਨੂੰ ਦੁਬਾਰਾ ਲਿਖ ਸਕਦੇ ਹੋ ਅਤੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ phi x ਦਾ ਇਵੈਲੂਸ਼ਨ ਕਰ ਸਕਦੇ ਹੋ ਕੀ ਹੈ ਪਰ ਇਹ ਧਾਰਨਾ ਹੈ ਕਿ ਜਦੋਂ ਵੀ ਤੁਹਾਡੇ ਕੋਲ ਕੰਟੀਨਿਊਅਮ ਹੈ ਤੁਸੀਂ ਇਸ ਨੂੰ a ਦੁਆਰਾ ਬਦਲ ਸਕਦੇ ਹੋ। ਤੁਸੀਂ ਇੱਕ ਇਨਵਰਸ ਵੀ ਕਰ ਸਕਦੇ ਹੋ। ਤੁਸੀਂ ਸੁਪਰਪੋਜ਼ਡ ਵੇਵ ਪੈਕੇਟ ਤੋਂ ਇੱਕ ਖਾਸ ਵੇਵ ਨੰਬਰ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਜੋ ਇੱਕ ਇਨਵਰਸ ਫੋਰੀਅਰ ਟਰਾਂਸਫਾਰਮ ਹੈ। ਇਹ ਚੀਜ਼ਾਂ ਦਿਖਾਈ ਦਿੰਦੀਆਂ ਹਨ ਜਦੋਂ ਤੁਸੀਂ ਕੁਆਂਟਮ ਕਰਦੇ ਹੋ। ਮੈਨੂੰ ਰੁਕਣ ਦਿਓ।